With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਅੱਜ ਡੇਟ ਹੈਗੀ 12 ਅਪ੍ਰੈਲ 2016, 30 ਚੇਤ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੀਤੇ ਦਿਨੀ ਯਾਨੀ ਕਿ ਸ਼ਨੀਵਾਰ 9 ਮਾਰਚ ਨੂੰ ਫਰੀडम ਮਾਰਚ ਕੱਢਿਆ ਗਿਆ ਸੀ ਵਾਸ਼ਿੰਗਟਨ ਡੀਸੀ ਤੋਂ, ਤੇ ਇਸ ਵਿੱਚ ਬਹੁਤ ਸਾਰੀਆਂ ਸੰਗਤਾਂ ਨੇ ਹਿੱਸਾ ਪਾਇਆ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਲਾਈਵ ਚੱਲ ਰਿਹਾ ਸੀ ਤੇ ਸੰਗਤਾਂ ਨੇ ਆਈ ਥਿੰਕ ਦੇਖਿਆ ਵੀ ਹੋਵੇਗਾ। ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਡੀਆਂ ਸਿੱਖ ਸੰਗਤਾਂ ਨੂੰ, ਸਾਡੇ ਦਰਸ਼ਕਾਂ ਨੂੰ? ਜੇ ਤੁਸੀਂ ਅਟੈਂਡ ਕੀਤਾ ਹੁੰਦਾ ਫਿਰ ਤੁਸੀਂ 9 ਮਾਰਚ ਨਹੀਂ ਸੀ ਕਹਿਣਾ, ਤੁਹਾਨੂੰ 9 ਅਪ੍ਰੈਲ ਸੌਰੀ 9 ਅਪ੍ਰੈਲ ਯਾਦ ਹੋਣਾ ਸੀ। ਜੀ ਜੀ। ਸੋ ਅੱਗੇ ਤੋਂ ਜ਼ਰੂਰ ਅਟੈਂਡ ਕਰਿਆ ਕਰੋ, ਮਿਸ ਨਹੀਂ ਕਰਨਾ ਹੈ ਜੀ। ਸਭ ਤੋਂ ਪਹਿਲਾਂ ਤਾਂ ਅਸੀਂ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਹਾਂ ਕਿ ਕੱਲ ਦਾ ਪ੍ਰੋਗਰਾਮ ਅਸੀਂ ਕੁਝ ਕਾਰਨਾਂ ਕਰਕੇ ਨਹੀਂ ਕਰ ਸਕੇ ਜੀ। ਵੈਸੇ ਜਿਸ ਮਾਰਚ ਦੀ ਤੁਸੀਂ ਗੱਲ ਕੀਤੀ, ਇਹ ਬਹੁਤ ਯਾਦਗਾਰੀ ਹੋ ਨਿਬੜਿਆ ਔਰ ਸ਼ੁਰੂਆਤੀ ਕਾਮੈਂਟ ਸੀ ਮੈਂ ਸਮੂਹ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਦਾ, ਗੁਰਦੁਆਰਾ ਮੈਨੇਜਮੈਂਟਸ, ਆਰਗੇਨਾਈਜੇਸ਼ਨ, ਔਰ ਇਕੱਲਾ ਅਮਰੀਕਾ ਦਾ ਈਸਟ ਕੋਸਟ ਨਹੀਂ, ਈਵਨ ਟੋਰਾਂਟੋ ਜਿੱਥੋਂ ਕਿ ਸਿੱਖਾਂ ਨੇ ਰਿਪਰੈਜ਼ੈਂਟੇਸ਼ਨ ਕੀਤੀ। ਸਿਰਫ ਬੋਲਣ ਵਾਲੇ ਆਗੂ ਹੀ ਨਹੀਂ ਆਏ, ਆਮ ਸੰਗਤ ਦੇ ਸਿੰਘ ਵੀ ਜਿਹੜੇ ਨੇ ਉਹਨਾਂ ਨੇ ਸ਼ਮੂਲੀਅਤ ਕੀਤੀ ਜੀ। ਉਹਨਾਂ ਸਭ ਦਾ ਅਸੀਂ ਸ਼ੁਕਰੀਆ ਅਦਾ ਕਰਦੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਉਂ-ਜਿਉਂ ਭਾਵੇਂ ਉਹ ਮੌਸਮ ਦੀ ਟਫਨੈਸ ਹੋਏ ਜਾਂ ਹਾਲਾਤ ਦੀ ਟਫਨੈਸ ਹੋਏ, ਇਹ ਸਿੱਖ ਕਰੈਕਟਰ ਦੇ ਵਿੱਚ ਬਿਲਟ ਇਨ ਹੈ ਕਿ ਜੇ ਜੰਗ ਦਾ ਮੈਦਾਨ ਟਫ ਹੁੰਦਾ ਜਾਂਦਾ ਹੈ, ਦੁਸ਼ਮਣ ਜ਼ਿਆਦਾ ਹੈ, ਸਿੱਖ ਥੋੜੇ ਨੇ ਜੀ, ਤੇ ਫਿਰ ਵੀ ਸਿੱਖਾਂ ਦੇ ਵਿੱਚ ਉਹ ਸਵਾ ਲੱਖੀ ਜੋਸ਼ ਆ ਜਾਂਦਾ। ਔਰ ਜੇ ਜੀਵਨ ਦੇ ਅੰਦਰ ਵੀ ਹਾਲਾਤ ਜਿਹੜੇ ਨੇ ਉਹ ਕਸ਼ਟਦਾਇਕ ਹੋਣ ਜਾਂ
ਔਖੇ ਹੋਣ, ਭਾਵੇਂ ਆਰਥਿਕ ਪੱਖੋਂ ਵੀ, ਉਹਦੇ 'ਚ ਸਿੱਖ ਦਾ ਫੇਥ ਗੁਰੂ ਦੇ ਉੱਤੇ ਹੋਰ ਮਜ਼ਬੂਤ ਹੁੰਦਾ ਹੈ, ਉਸ ਨੂੰ ਉਹ ਭਾਣਾ ਕਰਕੇ ਮੰਨਦਾ ਜੀ। ਔਰ ਜਦੋਂ ਹਕੂਮਤਾਂ ਦੇ ਨਾਲ, ਜਿਨ੍ਹਾਂ ਦੇ ਨਾਲ ਟੱਕਰ ਹੋਏ, ਉਹਨਾਂ ਨੇ ਸਾਰੇ ਹਥਿਆਰ ਝੋਕੇ ਹੋਣ ਔਰ ਹਕੂਮਤਾਂ ਇਹ ਸਮਝਦੀਆਂ ਹੋਣ ਕਿ ਉਹ ਆਪਣੇ ਮਾਈਟ ਦੇ ਨਾਲ, ਆਪਣੀ ਤਾਕਤ ਦੇ ਨਾਲ ਸਿੱਖ ਆਵਾਜ਼ ਨੂੰ ਦੱਬ ਦੇਣਗੀਆਂ, ਉਦੋਂ ਸਿੱਖਾਂ ਵਿੱਚ ਉਹ ਸਪਿਰਿਟ ਜਿਹੜੀ ਗੁਰੂ ਨੇ ਭਰੀ ਹੋਈ ਹੈ, 1.25 ਲੱਖ ਸੇਖ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਾਊਂ, ਔਰ ਜਿਹਨੂੰ 18ਵੀਂ ਸਦੀ ਦੇ ਇਤਿਹਾਸ ਨੇ ਪਰਖਿਆ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਸੋ 9 ਅਪ੍ਰੈਲ ਦਾ ਇਹ ਸਿੱਖ ਨੇਸ਼ਨ ਮਾਰਚ ਸੱਚਮੁੱਚ ਇਹਨਾਂ ਸਾਰੇ ਹੀ ਪੈਮਾਨਿਆਂ ਦੇ ਉੱਤੇ ਪੂਰਾ ਉਤਰਦਾ ਸੀ। ਜੇ ਮੌਸਮ ਦਾ ਹਾਲ ਦੇਖੀਏ ਤੇ ਨਿਊਯਾਰਕ, ਕਿਉਂਕਿ ਉਸ ਦਿਨ TV 84 ਦੀ ਟੀਮ ਦਾ ਸਾਡਾ ਵੱਡਾ ਹਿੱਸਾ ਜਿਹੜਾ ਉਹ ਅਸੀਂ ਸਵੇਰੇ ਹੀ ਲਗਭਗ 3-3:30 ਵਜੇ ਦੇ ਕਰੀਬ ਮਾਰਚ ਸ਼ੁਰੂ ਕੀਤਾ। ਵੱਡੇ ਮਾਰਚ ਤੋਂ ਪਹਿਲਾਂ ਇੱਥੋਂ ਮਾਰਚ ਕੀਤਾ, ਇੱਥੋਂ ਵਾਸ਼ਿੰਗਟਨ ਤੱਕ ਦਾ ਮਾਰਚ ਸੀ ਔਰ ਬਹੁਤ ਠੰਡ, ਮੀਂਹ, ਔਰ ਜਦੋਂ ਤੱਕ ਵਾਸ਼ਿੰਗਟਨ ਵੀ ਪਹੁੰਚੇ ਉੱਥੇ ਵੀ ਫਰੀਜ਼ਿੰਗ ਟੈਂਪਰੇਚਰ ਸੀ, ਬਹੁਤ ਤੇਜ਼ੀ ਨਾਲ ਹਵਾ ਚੱਲ ਰਹੀ ਸੀ, ਵਿੱਚ ਹੀ ਮੀਂਹ ਪੈਣ ਲੱਗ ਜਾਂਦਾ ਸੀ। ਔਰ ਇਹਦੇ ਬਾਵਜੂਦ ਜਦੋਂ ਅਸੀਂ, ਜਿੱਥੋਂ ਕਿ ਇਸ ਮਾਰਚ ਨੇ ਸਟਾਰਟ ਹੋਣਾ ਸੀ ਲਿੰਕਨ ਮੈਮੋਰੀਅਲ ਪਾਰਕ ਤੋਂ, ਉੱਥੇ ਪਹੁੰਚੇ ਤੇ ਉਹਦੇ 'ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਾਲਾ ਫਲੋਟ ਡੈਕੋਰੇਟ ਕੀਤਾ ਹੋਇਆ ਸੀ ਔਰ ਸਾਥੋਂ ਵੀ ਹੋਰ ਦੂਰ ਦਰਾਡਿਓਂ ਜਿਹੜੀਆਂ ਸਿੱਖ ਸੰਗਤਾਂ ਨੇ ਪਹਿਲਾਂ ਹੀ ਪਹੁੰਚੀਆਂ ਹੋਈਆਂ ਸੀ ਔਰ ਉਸ ਵੇਲੇ ਹਲਕਾ ਹਲਕਾ ਮੀਂਹ ਪੈ ਰਿਹਾ ਸੀ। ਲੇਕਿਨ ਅਸੀਂ ਕਿਉਂਕਿ ਇਸ ਗੱਲ ਦੇ ਲਈ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਗੁਰਦੁਆਰਿਆਂ ਦੀ ਉਹਨਾਂ ਦੇ ਸ਼ੁਕਰਗੁਜ਼ਾਰ ਵੀ ਹੈ ਕਿ ਉਹਨਾਂ ਨੇ ਇਸ ਵਾਰ TV 84 ਨੂੰ ਇਹ ਮੌਕਾ ਵੀ ਦਿੱਤਾ ਕਿ ਅਸੀਂ ਇਸ ਨੂੰ ਫੁੱਲ ਜਿਹੜਾ 4-5 ਘੰਟੇ ਦਾ ਇਹ ਪ੍ਰੋਗਰਾਮ ਸੀ, ਮਾਰਚਿੰਗ ਔਰ ਫਿਰ ਸਟੇਜ ਜਿਹੜੀ ਕੈਪੀਟਲ ਹਿੱਲ ਦੇ ਸਾਹਮਣੇ ਲੱਗੀ, ਉਸ ਨੂੰ ਲਾਈਵ ਕਵਰ ਕਰੀਏ। ਸੋ ਉੱਥੇ ਸਟੇਜ ਵਾਲੇ ਸਾਈਡ ਤੇ ਕੈਪੀਟਲ ਹਿੱਲ ਦੇ ਸਾਹਮਣੇ ਪਹੁੰਚ ਕੇ ਉੱਥੇ ਸਟੇਜ ਲਾਣੀ ਵੀ, ਜਾਂ ਜਿਵੇਂ ਟੈਂਟ ਲਾ ਕੇ ਔਰ ਉਸ ਨੂੰ ਬੈਕਡ੍ਰੌਪ ਦੇ ਵਿੱਚ ਲਿਆਣਾ ਸਟੇਜ ਦੇ ਉੱਤੇ, ਵੀ ਕੋਈ ਸੌਖਾ ਕੰਮ ਨਹੀਂ ਸੀ। ਲੇਕਿਨ ਮੈਂ ਸਮਝਦਾ ਵੀ ਅਸੀਂ ਆਪਣੀ ਟੀਮ ਦੇ ਵੀ ਸ਼ੁਕਰਗੁਜ਼ਾਰੀ ਹੈ ਕਿ ਉਹਨਾਂ ਨੇ ਬੜੀ ਹਿੰਮਤ ਦੇ ਨਾਲ ਉਸ ਠੰਡ ਨੂੰ ਫੇਸ ਕੀਤਾ। ਜਿਵੇਂ ਹੁੰਦਾ ਹੈ ਕਿ ਸਟਿਕਿੰਗ ਟੂ ਕਿ ਵੀ ਆਪਣੇ ਮੋਰਚੇ ਦੇ ਵਿੱਚ ਡਟ ਕੇ ਹਰ ਇੱਕ ਨੇ ਆਪਣੀ ਡਿਊਟੀ ਸੰਭਾਲੀ ਔਰ ਫਿਰ ਜਦੋਂ ਤੱਕ ਪੂਰੀਆਂ ਸਿੱਖ ਸੰਗਤਾਂ ਜੁੜੀਆਂ ਮਾਰਚ ਲਈ, ਤੇ ਫਿਰ ਜਿਵੇਂ ਉਹ ਸਾਡੇ ਮਿੱਤਰ ਸ਼ੇਖ ਸਾਹਿਬ ਕਹਿੰਦੇ ਹੁੰਦੇ ਸੀ ਕਿ ਫਿਰ ਅੱਲਾ ਮੀਆਂ ਵੀ ਦੇਖ ਲੈਂਦਾ ਵੀ ਨਹੀਂ ਇਹ ਬੜੇ ਜ਼ਿੱਦੀ ਨੇ, ਹੁਣ ਮੌਸਮ ਵਾਲਾ ਕਾਰਡ ਵਾਪਸ ਰੱਖੋ। ਸੋ ਇੱਕਦਮ ਮੌਸਮ ਬਦਲਿਆ ਔਰ ਮੀਂਹ ਰੁਕਿਆ ਔਰ ਬੇਸ਼ੱਕ ਠੰਡ ਤਾਂ ਬਰਾਬਰ ਜਾਰੀ ਰਹੀ, ਲੇਕਿਨ ਮਾਰਚ ਦੇ ਵਿੱਚ ਜਿਹੜਾ ਫਿਰ ਖਾਲਿਸਤਾਨ ਜ਼ਿੰਦਾਬਾਦ ਦਾ ਜੋਸ਼ ਸੀ ਸ਼ੁਰੂ ਤੋਂ ਅਖੀਰ ਤੱਕ, ਉਹਨੇ ਠੰਡ ਨੂੰ ਵੀ ਐਂ ਭਜਾਇਆ ਜਿਵੇਂ ਕਾਂ ਗਲੇਲੇ ਤੋਂ ਦੌੜਦਾ ਔਰ ਹਰ ਫਲੋਟ ਦੇ ਪਿੱਛੇ ਜਿਹੜੀਆਂ ਤੁਰ ਰਹੀਆਂ ਸਿੱਖ ਸੰਗਤਾਂ, ਔਰ ਇਹ ਜ਼ਾਹਰ ਸੀ, ਇੱਕ ਹੁੰਦਾ ਵੀ ਬਹੁਤ ਵਾਰ ਜਦੋਂ ਵੱਡੇ ਵੱਡੇ ਨਗਰ ਕੀਰਤਨ ਜਾਂ ਦੀਵਾਨਾਂ ਤੇ ਖਾਲਿਸਤਾਨ ਦੇ ਨਾਅਰੇ ਲੱਗਦੇ ਨੇ ਤੇ ਕਈ ਜਿਹੜੇ ਕ੍ਰਿਟੀਕਲ ਲੋਕ ਨੇ ਜਾਂ ਜਿਨ੍ਹਾਂ ਦਾ ਕੰਮ ਆਲੋਚਨਾ ਕਰਨਾ ਹੁੰਦਾ ਹੈ, ਉਹ ਕਹਿੰਦੇ ਨੇ ਇਹ ਹੈ ਤਾਂ ਜੀ ਮੁੱਠੀ ਪਾ ਰਹੇ, ਉਹ ਲੋਕ ਤਾਂ ਜਿਹੜਾ ਉਹ ਦੀਵਾਨ ਸੁਣਨ ਲਈ ਇਕੱਠੇ ਹੁੰਦੇ ਨੇ ਜਾਂ ਨਗਰ ਕੀਰਤਨ ਲਈ, ਇਹ ਉਹਦਾ ਫਾਇਦਾ ਲੈ ਕੇ ਉਹਨੂੰ ਇਹ ਕਹਿ ਦਿੰਦੇ ਨੇ ਜੀ ਸਾਰੇ ਖਾਲਿਸਤਾਨੀ ਨੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਿੱਖ ਨੇਸ਼ਨ ਫਰੀडम ਮਾਰਚ ਦੇ ਵਿੱਚ ਘਰੋਂ ਜਿਹੜਾ ਤੁਰਿਆ ਉਹ ਇਹ ਸੋਚ ਕੇ ਤੁਰਿਆ ਕਿ ਉਹ ਸਿੱਖ ਆਜ਼ਾਦੀ ਦਾ ਝੰਡਾ ਬਰਦਾਰ ਹੈ ਔਰ ਇਸ ਕਿਸਮ ਦੇ ਇਕੱਠ ਦੇ ਵਿੱਚ ਫਿਰ ਜਿਹੜੀ ਸਪਿਰਿਟ ਹੁੰਦੀ ਹੈ ਅੱਗੇ ਤੋਂ ਪਿੱਛੇ ਤੱਕ, ਉਹ ਵੀ ਬਿਲਕੁਲ ਵਿਜ਼ੀਬਲ ਸੀ ਕਿ ਚਾਰ ਚਫੇਰੇ ਖਾਲਿਸਤਾਨ ਜ਼ਿੰਦਾਬਾਦ ਦੀਆਂ ਗੂੰਜਾਂ, ਕਲਰਫੁਲ ਉਸ ਜਿਹੜੇ ਖਾਲਿਸਤਾਨ ਦੇ ਝੰਡੇ, ਬੈਲੂਨਸ ਔਰ ਕੇਸਰੀ ਰੰਗ ਔਰ ਆਲੇ ਦੁਆਲੇ, ਕਿਉਂਕਿ ਇਹ ਜਿਸ ਦਿਨ ਇਹ 9 ਅਪ੍ਰੈਲ ਨੂੰ ਇਹ ਮਾਰਚ ਸੀ, ਉਸ ਦਿਨ ਹੀ ਵਾਸ਼ਿੰਗਟਨ DC ਦੇ ਵਿੱਚ ਜਿਹੜਾ ਚੈਰੀ ਬਲੌਸਮ ਫੈਸਟੀਵਲ ਜਿਸ ਨੂੰ ਕਹਿੰਦੇ ਨੇ, ਜਾਂ ਚੈਰੀ ਬਲੌਸਮ ਪੈਰੇਡ ਫੈਸਟੀਵਲ ਤਾਂ 2 ਵੀਕ ਚੱਲਦਾ। ਇਹ ਉਹ ਦਰਖਤ ਨੇ ਛੋਟੇ ਛੋਟੇ ਚੈਰੀ ਦੇ ਜਿਹੜੇ ਬਲੂਮ ਪੂਰੇ ਬਲੌਸਮ 'ਚ ਹੁੰਦੇ ਨੇ। ਜਦੋਂ ਇਹ ਜਿਹੜੇ ਕਿ ਜਾਪਾਨ ਵਾਲਿਆਂ ਨੇ ਜਿਹੜਾ ਉਹ 20ਵੀਂ ਸਦੀ ਦੇ ਵਿੱਚ ਗਿਫਟ ਦੇ ਤੌਰ ਤੇ ਦਿੱਤੇ ਸੀ ਔਰ ਉਸ ਪੈਰੇਡ ਕਰਕੇ ਆਮ ਲੋਕ ਵੀ ਬੜੇ ਦੂਰ ਦੁਰਾਡੇ ਆਏ ਹੁੰਦੇ ਨੇ ਔਰ ਇਹ ਜਿੱਥੋਂ ਵੀ ਮਾਰਚ ਲੰਘਿਆ, ਕਿਉਂਕਿ ਉਹ ਬੜਾ ਪ੍ਰਾਈਮ ਰਾਊਟ ਹੈ ਮੈਮੋਰੀਅਲ ਪਾਰਕ ਲਿੰਕਨ ਤੋਂ ਲੈ ਕੇ ਕੈਪੀਟਲ ਹਿੱਲ ਤੱਕ, 4 ਚਫੇਰੇ ਅਮਰੀਕਨਸ, ਉਹ ਗੋਰੇ ਹੋਣ ਕਾਲੇ ਹੋਣ
ਕਿਸੇ ਵੀ ਮੂਲ ਦੇ ਹੋਣ, ਉਹਨਾਂ ਨੇ ਬੜਾ ਉਤਸ਼ਾਹ ਦਿਖਾਇਆ। ਔਰ ਜਿਵੇਂ ਸਾਡਾ ਹੁੰਦਾ ਥਾਂ ਥਾਂ ਕੋਈ ਫਰੂਟ ਵੰਡ ਰਿਹਾ ਹੈ, ਕੋਈ ਪਤਾ ਨਹੀਂ ਮਖਾਣੇ ਉਹਨਾਂ ਨੇ ਖਾਧੇ ਆ ਕਿ ਨਹੀਂ, ਮਖਾਣਿਆਂ ਦੇ ਵਿੱਚ ਕੁਝ ਹੋਰ ਮਿੱਠਾ ਪਾ ਕੇ ਦੇ ਰਹੇ ਸੀ। ਮੈਂ ਕਿਹਾ ਉਹਨੂੰ ਦੇਖ ਕੇ ਪਹਿਲਾਂ ਤਾਂ ਸੁੰਘਣਗੇ ਕੋਟੇ ਕੀ ਹੁੰਦੇ ਨੇ, ਲੇਕਿਨ ਬੰਦ ਪੈਕੇਜਿਸ ਦੇ ਵਿੱਚ ਔਰ ਅੱਛਾ ਸਟੈਂਡਰਡ ਦਾ ਲਿਟਰੇਚਰ ਵੀ, ਜਿਹੜਾ ਕਿ ਕੀ ਹੈ ਜੂਨ 84 ਨੂੰ ਕੀ ਹੋਇਆ, ਅਸੀਂ ਕੀ ਚਾਹੁੰਦੇ ਹਾਂ, ਖਾਲਿਸਤਾਨ ਕੀ ਹੈ। ਔਰ ਜੋ ਹੀ ਇਹ ਮਾਰਚ ਜਿਹੜਾ ਪਾਰਕ ਦੇ ਵਿੱਚ ਉਸ ਕੈਪੀਟਲ ਹਿੱਲ ਦੇ ਸਾਹਮਣੇ ਪਹੁੰਚਿਆ, ਜਿੱਥੇ ਕਿ ਕਿਉਂਕਿ ਕਾਫੀ ਰੈਸਟ੍ਰਿਕਸ਼ਨਸ ਹੁੰਦੀਆਂ ਨੇ, ਲੇਕਿਨ ਇਹਦੇ ਬਾਵਜੂਦ ਕਿਉਂਕਿ ਕਿੰਨੀ ਉੱਚੀ ਸਟੇਜ ਰੱਖਣੀ ਹੈ, ਕਿਵੇਂ ਹੈ, ਉਹ ਤੁਹਾਨੂੰ ਪਹਿਲਾਂ ਸਾਰੇ ਪਰਮਿਟ ਲੈਣੇ ਪੈਂਦੇ ਨੇ, ਔਰ ਤੁਸੀਂ ਉਸ ਦਾਇਰਾ ਕਾਰ ਚੋਂ ਬਾਹਰ ਨਹੀਂ ਆ ਸਕਦੇ। ਪਰ ਆਫਰੀਨ ਹੈ, ਮੈਂ ਸਮਝਦਾ ਵੀ ਇਹਨਾਂ ਦੇ ਮੁਲਕ ਦਾ ਸਿਸਟਮ, ਇਹਦੇ ਬਾਵਜੂਦ ਕਿਸ ਕਿਸਮ ਦਾ ਦਹਿਸ਼ਤਗਰਦੀ ਦਾ ਮਾਹੌਲ, ਉਹ ਬਰਸਲਸ ਹੋਏ, ਪੈਰਿਸ ਹੋਏ, ਈਵਨ ਵਾਸ਼ਿੰਗਟਨ 'ਚ ਅਜੇ 2 ਹਫ਼ਤੇ ਪਹਿਲਾਂ ਗੋਲੀ ਚੱਲ ਕੇ ਹਟੀ, ਲੇਕਿਨ ਉਹਨਾਂ ਨੇ ਇਹ ਜਿਹੜਾ ਹੱਕ ਹੈ ਇਹ ਮੇਨਟੇਨ ਰੱਖਿਆ। ਔਰ ਮੈਨੂੰ ਹਾਲਾਂਕਿ ਲੱਗਦਾ ਸੀ ਕਿ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਹੀ ਨਗਰ ਕੀਰਤਨ ਔਰ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ 5 ਪਿਆਰੇ ਕਰਦੇ ਨੇ, ਔਰ 5 ਪਿਆਰੇ ਜਿਹੜੇ ਨੇ ਨੰਗੀਆਂ ਕਿਰਪਾਨਾਂ ਦੇ ਨਾਲ ਹੁੰਦੇ ਨੇ। ਸੋ ਮੈਨੂੰ ਪਹਿਲਾਂ ਇਹ ਲੱਗਦਾ ਸੀ ਵੀ ਹੋ ਸਕਦਾ ਹੈ ਉਹ ਜਿਹੜੀਆਂ ਨੇ ਅਨਸ਼ੀਥ ਸਵੋਰਡਸ ਅਲਾਉ ਨਾ ਕਰਨ, ਮਿਆਨ ਦੇ ਵਿੱਚ ਹੋਣ, ਜਾਂ ਹੋ ਸਕਦਾ ਉਹ ਛੋਟੀਆਂ ਕਿਰਪਾਨਾਂ ਲਈ ਕਹਿਣ। ਪਰ ਇਹ ਵੀ ਰਿਮਾਰਕੇਬਲ ਸੀ ਕਿ ਉਸ ਮੇਨ ਰਾਊਟ ਦੇ ਉੱਤੇ 5 ਪਿਆਰੇ ਆਪਣੇ ਪਰੰਪਰਾ ਵਾਲੇ ਜਿਹੜੇ ਰੂਪ ਦੇ ਵਿੱਚ ਉਸ ਤਰੀਕੇ ਦੇ ਨਾਲ ਹੀ ਉਹਨਾਂ ਨੇ ਸ੍ਰੀ ਸਾਹਿਬਾਂ ਦੇ ਨਾਲ, ਜਿਹੜੇ ਕਿ ਗ੍ਰੰਥ ਪੰਥ ਦਾ ਕਾਨਸੈਪਟ ਮੁਕੰਮਲ ਹੁੰਦਾ ਹੈ 5 ਪਿਆਰਿਆਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ। ਔਰ ਜਿਉਂ ਹੀ ਉੱਥੇ ਪਹੁੰਚੇ, ਔਰ ਸੇਵਾ ਦਾ ਪੱਖ, ਉਹ ਲੰਗਰ ਹੈ, ਉਹ ਚਾਹ ਹੈ, ਕੋਈ ਹੋਰ ਹੈ, ਫਰੂਟ ਹੈ, ਉਹ ਤਾਂ ਸਿੱਖਾਂ ਨੂੰ ਸਗੋਂ ਇਹ ਕਹਿਣਾ ਪੈਂਦਾ ਵੀ ਘਟਾਓ ਭਾਈ, ਇਹ ਕੋਈ ਹੋਰ ਵੀ ਕੰਮ ਗੱਲ ਸੁਣਿਆ ਵੀ ਕਰੋ, ਇੱਧਰ ਹੀ ਨਾ ਰਹੋ, ਵੰਡਣ ਤੇ ਹੀ ਨਾ ਰਹੋ। ਸੋ ਉਹ ਪਾਰਟ ਸੀ। ਔਰ ਇਸ ਦੀ ਸ਼ੁਰੂਆਤ, ਜਿਹੜਾ ਉੱਥੇ ਸਟੇਜ ਦੀ ਸ਼ੁਰੂਆਤ ਹੋਈ, ਸਭ ਤੋਂ ਪਹਿਲਾਂ ਅਮਰੀਕਨ ਨੈਸ਼ਨਲ ਐਂਥਮ ਦੇ ਨਾਲ, ਔਰ ਫਿਰ ਜਿਹੜਾ ਦੇਸ਼ ਸ਼ਿਵਾ ਬਰਮੋਇਆ ਦਾ ਸ਼ਬਦ ਪੜ੍ਹਿਆ ਬੱਚਿਆਂ ਨੇ। ਹਾਲਾਂ ਉਹ ਗੱਤਕੇ ਦੇ ਬੱਚੇ ਸੀ, ਗੱਤਕਾ ਗਰੁੱਪ ਦੇ, ਇੱਥੋਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਰੁਬਾਣਾ ਸਿੱਖ ਸੈਂਟਰ ਦੀ ਗੱਤਕਾ ਦਲ ਦੀ ਟੀਮ, ਉਹਨਾਂ ਦੇ ਨਾਲ ਉਹਦੇ ਪ੍ਰੈਜ਼ੀਡੈਂਟ ਕੁਲਦੀਪ ਸਿੰਘ ਖਾਲਸਾ, ਭਾਈ ਦਲੇਰ ਸਿੰਘ ਇਹ ਗਏ ਹੋਏ ਸੀ। ਸੋ ਉਹਨਾਂ ਬੱਚਿਆਂ ਨੇ ਉਹ ਪੜ੍ਹਿਆ ਬੜੀ ਜਿਹੜਾ ਉਹ ਵਜਦ ਦੇ ਵਿੱਚ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜਿਹੜੀ ਕਾਰਵਾਈ ਲਗਭਗ 2 ਘੰਟੇ ਦੇ ਕਰੀਬ ਚੱਲੀ, ਉਸ ਦੇ ਵਿੱਚ ਸਾਡੇ ਲਈ ਇਹ ਫਖਰ ਵਾਲੀ ਗੱਲ ਸੀ ਕਿ ਜਥੇਦਾਰ ਅਕਾਲ ਤਖਤ ਸਾਹਿਬ, ਜਿਨ੍ਹਾਂ ਨੂੰ ਸਰਬੱਤ ਖਾਲਸਾ ਨੇ ਥਾਪਿਆ, ਜਥੇਦਾਰ ਜਗਤਾਰ ਸਿੰਘ ਹਵਾਰਾ, ਉਹਨਾਂ ਦਾ ਸੁਨੇਹਾ ਭਾਈ ਹਿੰਮਤ ਸਿੰਘ, ਜਿਹੜੇ ਕਿ ਈਸਟ ਕੋਸਟ ਸਿੱਖ ਗੁਰਦੁਆਰਾ ਕੋਆਰਡੀਨੇਸ਼ਨ ਕਮੇਟੀ ਦੇ ਜਿਹੜੇ ਨੇ ਕੋਆਰਡੀਨੇਟਰ ਨੇ, ਉਹਨਾਂ ਨੇ ਪੜ੍ਹਿਆ। ਔਰ ਇਸ ਦੇ ਨਾਲ ਹੀ ਇਸ ਫੰਕਸ਼ਨ ਦੇ ਵਿੱਚ ਮਿਸਟਰ ਕਰੋਲੀ, ਜੋ ਕਰੋਲੀ ਜਿਹੜੇ ਕਾਂਗਰਸਮੈਨ ਨੇ ਮੈਰੀਲੈਂਡ ਤੋਂ, ਉਹ ਸਪੈਸ਼ਲੀ ਆਏ ਹੋਏ ਸੀ, ਉਹਨਾਂ ਨੇ ਐਡਰੈਸ ਕੀਤਾ। ਔਰ ਪੀਟ ਮੋਨੇਹਨ ਸ਼ਾਇਦ ਉਹਨਾਂ ਦਾ ਨਾਮ ਹੈ, ਮੀਹਾਨ, ਇਹ ਉੱਥੋਂ ਰਿਪਬਲਿਕਨ ਪੈਨਸਿਲਵੇਨੀਆ ਦੇ ਕਾਂਗਰਸਮੈਨ ਨੇ, ਉਹਨਾਂ ਦਾ ਮੈਸੇਜ ਪੜ੍ਹਿਆ ਗਿਆ। ਔਰ ਫਿਰ ਜਿਹੜੇ ਹੈ ਉਹਨਾਂ ਨੇ ਸਟੇਜ ਓਪਨ ਕੀਤੀ। ਬਾਕੀ ਖਾਸ ਤੌਰ ਤੇ ਜਗਮੀਤ ਸਿੰਘ, ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ, ਜਿਹੜੇ ਕਿ ਸਪੈਸ਼ਲੀ ਇਸ ਮੌਕੇ ਦੇ ਲਈ ਇਨਵਾਈਟਡ ਸਨ, ਉਹਨਾਂ ਨੇ ਆਪਣੇ ਸਾਦਾ ਅੰਦਾਜ਼ ਦੇ ਵਿੱਚ, ਸਾਦਾ ਪੰਜਾਬੀ 'ਚ, ਜਿਵੇਂ ਉਹ ਆਪਣੀ ਸਾਰੀ ਕਹਾਣੀ ਕਹਿੰਦੇ ਨੇ, ਉਹਨਾਂ ਨੇ ਇਹੀ ਕਿਹਾ ਕਿ ਭਾਈ ਖਾਲਿਸਤਾਨ ਸਾਡਾ ਹੱਕ ਹੈ, ਸਾਨੂੰ ਆਪਣੀ ਇਤਿਹਾਸ ਦੇ ਉੱਤੇ, ਆਪਣੇ ਮਨੁੱਖੀ ਹੱਕਾਂ ਦੇ ਉੱਤੇ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ, ਔਰ ਇਸ ਬਾਰੇ ਕੋਈ ਜੱਕੋਂ ਤੱਕੋਂ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ। ਔਰ ਉਹਨਾਂ ਦੀ ਪੋਪੂਲੈਰਿਟੀ ਦਾ ਹੁਣ ਇੱਥੇ ਵੀ TV 84 ਦੇ ਫੰਡ ਰੇਜ਼ਿੰਗ ਡਿਨਰ ਤੇ ਪਹਿਲੀ ਵਾਰ ਆਏ, ਉਸ ਤੋਂ ਬਾਅਦ ਹੁਣ ਇੰਨੇ ਕਿ ਇਨਵਾਈਟਿੰਗ ਨੇ, ਤੇ ਮੈਂ ਉਹਨਾਂ ਨੂੰ, ਕਿਉਂਕਿ ਐਤਵਾਰ ਦਾ ਦੀਵਾਨ ਫਿਰ ਗੁਰਦੁਆਰਾ ਸਿੰਘ ਸਭਾ ਸੀ ਜਿੱਥੇ ਉਹਨਾਂ ਨੇ ਐਡਰੈਸ ਕੀਤਾ, ਮੈਂ ਵੀ ਐਡਰੈਸ ਕੀਤਾ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਹੁਣ ਤੁਸੀਂ ਇੰਨੇ ਕੁ ਪੋਪੂਲਰ ਹੋ ਗਏ ਹੋ ਵੀ ਕੈਨੇਡਾ ਦੀ ਛੱਡ ਕੇ ਮੈਂਬਰੀ ਇੱਥੇ ਲੜ ਲਓ ਕਾਂਗਰਸਮੈਨ ਦੀ ਕਿਸੇ ਚ ਹੁਣ। ਤੇ ਉਹਨਾਂ ਦੇ ਤੋਂ ਬਾਅਦ ਜਿਹੜੇ ਜਤਿੰਦਰ ਸਿੰਘ ਸਿੱਖਸ ਫਾਰ ਜਸਟਿਸ, ਜਿਸ ਆਰਗੇਨਾਈਜੇਸ਼ਨ ਨੇ ਬੜੇ ਸ਼ਾਰਟ ਟਾਈਮ 'ਚ ਮੱਲਾਂ ਮਾਰੀਆਂ ਨੇ, ਇਸ ਵੇਲੇ ਰੈਫਰੈਂਡਮ 2020 ਹੋਏ, ਸਿੱਖ ਆਜ਼ਾਦੀ ਦੇ ਝੰਡਾ ਬਰਦਾਰ ਨੇ। ਔਰ ਉਹ ਉਹਨਾਂ ਦਾ ਇੱਕ ਆਪਣਾ ਅੰਦਾਜ਼ ਹੈ। ਜਤਿੰਦਰ ਸਿੰਘ ਦਾ ਟੋਰਾਂਟੋ ਤੋਂ ਆਏ ਸੀ, ਉਹਨਾਂ ਨੇ ਐਡਰੈਸ ਕੀਤਾ। ਵੀਰ ਸੁਖਵਿੰਦਰ ਸਿੰਘ ਹੰਸਰਾ, ਜਿਹੜੇ ਮੀਡੀਆ ਪਰਸਨੈਲਿਟੀ ਨੇ ਫॉर ਅ ਲੌਂਗ ਟਾਈਮ, ਹੁਣ ਉਹ ਈਸਟ ਕੋਸਟ ਕੈਨੇਡਾ ਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਾਈਸ ਪ੍ਰੈਜ਼ੀਡੈਂਟ ਨੇ, ਉਹਨਾਂ ਦਾ ਵੀ ਅੰਦਾਜ਼ ਬੜਾ ਦਿਲ ਲੁਭਾਉਣ ਵਾਲਾ ਹੈ, ਕਿਉਂਕਿ ਉਹ ਖਰੀਆਂ ਗੱਲਾਂ ਕਰਦੇ ਨੇ।
ਔਰ ਬੜਾ ਦਿਲਕਸ਼ ਅੰਦਾਜ਼ ਹੁੰਦਾ। ਔਰ ਇੱਕ ਬੇਟੀ ਜਿਹੜੇ ਕਿ ਵੀ ਰਜਿੰਦਰ ਸਿੰਘ ਸਟੇਜ ਕੰਡਕਟ ਕਰ ਰਹੇ ਸੀ, ਉਹਨਾਂ ਦੀ ਬੇਟੀ, ਮੈਨੂੰ ਨਾਂ ਉਹਨਾਂ ਦਾ ਹੁਣ ਯਾਦ ਨਹੀਂ ਹੈ ਮੈਨੂੰ ਜੀ, ਉਸਨੇ ਬਿਗਨਿੰਗ ਦੇ ਵਿੱਚ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਐਡਰੈਸ ਕੀਤਾ ਔਰ ਮੈਨੂੰ ਵੀ ਉਹਨਾਂ ਨੇ ਮੌਕਾ ਦਿੱਤਾ ਔਰ ਅਸੀਂ ਆਪਣਾ ਕੇਸ ਜਿਵੇਂ ਬਿਲਡ ਕੀਤਾ। ਮੈਂ ਇਹ ਮਹਿਸੂਸ ਕੀਤਾ, ਹਾਲਾਂਕਿ ਜਗਮੀਤ ਸਿੰਘ ਜਾਂ ਦੂਸਰੇ ਬੁਲਾਰੇ ਪਹਿਲੇ ਸਾਰੇ ਪੰਜਾਬੀ ਦੇ ਵਿੱਚ ਹੀ ਬੋਲੇ ਜੀ, ਪਰ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਵੀ ਘੱਟੋ ਘੱਟ ਭਾਵੇਂ ਇੱਕ ਬੰਦਾ ਵੀ ਦੂਰ ਦੁਰਾਡੇ ਸੁਣ ਰਿਹਾ, ਆਪਣੇ ਲੋਕਾਂ ਨੂੰ ਜਿਹੜੇ ਆਏ ਨੇ ਉਹ ਤਾਂ ਪਹਿਲਾਂ ਹੀ ਆਜ਼ਾਦੀ ਦੇ ਨਾਲ ਵੀ ਜੁੜੇ ਹੋਏ ਨੇ, ਕਾਨਸੈਪਟ ਨਾਲ ਆਏ ਹੀ ਖਾਲਿਸਤਾਨ ਦੇ ਜਿਹੜਾ ਹੈ ਉਹ ਮਨ ਦੀ ਭਾਵਨਾ ਜਾਂ ਉਸ ਦੀ ਹਾਸਲ ਕਰਨ ਲਈ ਨੇ। ਜਿਹੜੇ ਆਪਣੇ ਸਾਹਮਣੇ ਆ ਕੇ ਜੁਆਇਨ ਕਰਦੇ ਨੇ ਉਹ ਵੀ ਆਪਣੇ ਹੁੰਦੇ ਨੇ। ਸੋ ਮੈਨੂੰ ਇਹ ਹੁੰਦਾ ਹੈ ਕਿ ਜੇ ਵਕਤ ਜ਼ਿਆਦਾ ਹੋਏ ਤਾਂ ਫਿਰ ਮੈਂ ਦੋਨਾਂ ਜ਼ਬਾਨਾਂ 'ਚ ਐਡਰੈਸ ਕਰਨਾ ਪ੍ਰੈਫਰ ਕਰਦਾ ਹਾਂ, ਪੰਜਾਬੀ 'ਚ ਵੀ ਅੰਗਰੇਜ਼ੀ 'ਚ ਵੀ ਜੀ। ਪਰ ਇਸ ਕਿਸਮ ਦੇ ਮੌਕੇ ਮੈਨੂੰ ਲੱਗਦਾ ਹੁੰਦਾ ਹੈ ਵੀ ਇਹਦੇ ਦੋ ਫਾਇਦੇ ਹੁੰਦੇ ਨੇ। ਇੱਕ ਤਾਂ ਜੇ ਕੋਈ ਵੀ ਤੁਰਿਆ ਜਾਂਦਾ ਹੈ ਜਾਂ ਕਿਤੇ ਵੀ ਖਲੋਤੇ ਜਾਂ ਜਿਹੜੇ ਉਹਨੂੰ ਆਬਜ਼ਰਵ ਕਰ ਰਹੇ ਨੇ, ਔਰ ਮੈਂ ਕਿਉਂਕਿ ਹੁਣ ਮੈਨੂੰ ਆਈਡੀਆ ਔਰ ਮੈਂ ਦੇਖਿਆ ਹੈ ਕਿ ਵੀ ਸਿਵਲ ਕੱਪੜਿਆਂ ਦੇ ਵਿੱਚ ਇਹਨਾਂ ਦੇ ਇੰਟੈਲੀਜੈਂਸ ਆਪਰੇਟਿਵ ਵੀ ਅਮਰੀਕਨ ਜਿਹੜੇ ਨੇ ਕਈ ਘੁਲੇ ਮਿਲੇ ਹੋਏ ਸੀ। ਸੋ ਇਹ ਸਾਰਿਆਂ ਲਈ ਇੰਪੋਰਟੈਂਟ ਵੀ ਹੁੰਦਾ ਹੈ ਕਿ ਉਹਨਾਂ ਨੂੰ ਪੰਜਾਬੀ ਦਾ ਟਰਾਂਸਲੇਟ ਕਰਵਾਉਣੀ ਪੈਗੀ ਲਿਜਾ ਕੇ ਵੀ ਕਿਹਨੇ ਕੀ ਕਿਹਾ ਜੀ। ਤੇ ਓਬਵੀਅਸਲੀ ਇੰਡੀਅਨ ਏਜੰਟ ਵੀ ਜਿਹੜੇ ਨੇ, ਇੱਕ ਦੋ ਪੱਤਰਕਾਰ ਜਿਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਪਛਾਣਦਾ ਔਰ ਉਹਨਾਂ ਚੋਂ ਇੱਕ ਜਿਹੜਾ ਅੱਗੇ ਹੱਥ ਕਰਕੇ ਬਣਾਉਣ ਲੱਗਾ, ਮੈਂ ਕਿਹਾ ਐਮਬੈਸੀ 'ਚ ਜਾ ਕੇ ਬਣਾ ਸੋ ਉਹ ਉਹਨਾਂ ਨੇ ਵੀ ਰਿਪੋਰਟ ਕਰਨਾ ਹੁੰਦਾ। ਸੋ ਸਭ ਲਈ ਕੰਫਰਟੇਬਲ ਰਹਿੰਦਾ ਔਰ ਕਿਉਂਕਿ ਉਸ ਤੋਂ ਬਾਅਦ ਜਦੋਂ ਬਹੁਤ ਸਾਰਾ ਮਟੀਰੀਅਲ ਪੰਜਾਬੀ ਦਾ ਤਾਂ ਹੁਣ ਇੰਟਰਨੈਟ ਤੇ ਅਸੀਂ ਰੋਜ਼ ਦੇ ਪ੍ਰੋਗਰਾਮ 'ਚ ਵੀ ਕਰਦੇ ਹਾਂ। ਸੋ ਮੈਨੂੰ ਇਹ ਹੁੰਦਾ ਵੀ ਜਿਹੜੀਆਂ ਲੇਟੈਸਟ ਚੇਂਜਸ ਨੇ ਉਹਨਾਂ ਨਾਲ ਸੰਬੰਧਿਤ ਅੰਗਰੇਜ਼ੀ ਦੇ ਵਿੱਚ ਵੀ ਕੁਛ ਨਾ ਕੁਛ ਮਟੀਰੀਅਲ ਨੈਟ ਤੇ ਵੀ ਪਹੁੰਚ ਜਾਂਦਾ ਹੈ। ਸੋ ਜਿਹੜੀ ਖਾਸ ਗੱਲ ਇਸ ਸਾਰੇ ਦੀ ਸੀ, ਇਹ ਸਾਰਾ ਪਾਰਟ ਬਾਕੀ ਰਿਪੋਰਟਿੰਗ ਵੀ ਇਸ ਵੀਕ ਦੀਆਂ ਅਖਬਾਰਾਂ 'ਚ ਦਰਸ਼ਕ ਦੇਖ ਲੈਣਗੇ ਔਰ ਆਲਰੇਡੀ ਲਾਈਵ ਉਹਨਾਂ ਨੇ ਦੇਖਿਆ। ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ 'ਚ ਉਹਨੂੰ ਐਡਿਟ ਕਰਕੇ ਦੁਬਾਰਾ ਇੱਕ ਵਾਰ ਫਿਰ ਸਾਰੇ ਪ੍ਰੋਗਰਾਮ ਨੂੰ ਚਲਾਇਆ ਜਾਏ ਜੀ। ਔਰ ਜਿਹੜਾ ਫੈਸਲਾ ਜਿਹਨੇ ਸਾਨੂੰ ਔਰ ਸਾਡੇ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਵੀ ਮਾਣ ਬਖਸ਼ਿਆ ਔਰ ਬਹੁਤ ਸਾਰੀਆਂ ਕਾਲਾਂ ਔਰ ਮੈਸੇजेस ਵੀ ਇਸ ਦੇ ਉੱਤੇ ਆਏ ਨੇ ਕਿ ਈਸਟ ਕੋਸਟ ਸਿੱਖ ਗੁਰਦੁਆਰਾ ਕੋਆਰਡੀਨੇਸ਼ਨ ਕਮੇਟੀ ਨੇ ਉੱਥੇ ਇਹ ਅਨਾਉਂਸ ਕੀਤਾ ਹੈ ਕਿ ਅਸੀਂ ਪਿਛਲੇ 3 ਸਾਲ ਦੀ TV 84 ਦੀ ਪਰਫਾਰਮੈਂਸ, ਜਿਹੜੀ ਕਿ ਸੱਚ, ਹੱਕ, ਇਨਸਾਫ ਦੀ ਆਵਾਜ਼ ਬੁਲੰਦ ਕਰਦੇ, ਜਿਹੜਾ ਚੈਨਲ ਦੁਨੀਆ ਭਰ ਜਿੱਥੇ ਮਨੁੱਖੀ ਹੱਕਾਂ ਦਾ ਘਾਣ ਕਿਸੇ ਵੀ ਕੌਮ ਦੇ ਨਾਲ, ਕਿਸੇ ਵੀ ਸ਼ਖਸ ਦੇ ਨਾਲ ਹੁੰਦਾ ਹੈ, ਉਸ ਨੂੰ ਹਾਈਲਾਈਟ ਕਰਦਾ ਔਰ ਬੇਖੌਫ ਹੋ ਕੇ ਬਿਨਾਂ ਕਿਸੇ ਮੰਤਰੀ, ਜੰਤਰੀ, ਤੰਤਰੀ ਦੀਆਂ ਐਡਾਂ ਦੇ ਸਿਰਫ ਤੇ ਸਿਰਫ ਗੁਰਮਤ ਪਰਾਇਣ ਜਿਹੜੇ ਨੇ ਪ੍ਰੋਗਰਾਮ ਉਹਨਾਂ ਨੂੰ ਪ੍ਰਮੋਟ ਕਰਦਾ। ਉਹਨਾਂ ਨੇ ਕਿਹਾ ਵੀ ਅਸੀਂ ਇਸ ਚੈਨਲ ਨੂੰ ਪੰਥਕ ਚੈਨਲ ਐਲਾਨਦੇ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਵੱਧ ਤੋਂ ਵੱਧ ਇਸ ਦੀ ਮਦਦ ਕਰਨ। ਇਸ ਸੰਬੰਧੀ ਉਹਨਾਂ ਨੇ ਵਿਸ਼ੇਸ਼ ਜਿਹੜੀ ਹੈ ਪਲੈਕ ਵੀ ਤਿਆਰ ਕੀਤੀ ਹੋਈ ਸੀ, ਜਿਹੜੀ ਕਿ TV 84 ਦੀ ਟੀਮ ਨੂੰ ਉਹਨਾਂ ਨੇ ਦਿੱਤੀ ਜੀ। ਔਰ ਅਸੀਂ ਇਹ ਸਮਝਦੇ ਹਾਂ ਵੀ ਇਹ ਸਾਡੇ ਲਈ ਔਰ ਖਾਸ ਤੌਰ ਤੇ ਅਸੀਂ ਆਪਣੇ ਦਰਸ਼ਕਾਂ, ਸਰੋਤਿਆਂ ਦੇ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਇਸ ਪੜਾਅ ਤੱਕ ਪਹੁੰਚੇ ਹਾਂ। ਪੜਾਅ ਮੈਂ ਇਸ ਲਈ ਕਿਹਾ ਕਿ ਮੰਜ਼ਿਲ ਤਾਂ ਸਾਡੀ ਜਿੱਥੇ ਖਾਲਿਸਤਾਨ ਦੀ ਪ੍ਰਾਪਤੀ ਔਰ ਉਸ ਤੋਂ ਬਾਅਦ ਵੀ, ਔਰ ਆਉਣ ਵਾਲੇ ਸੈਗਮੈਂਟਸ ਅਸੀਂ ਦੇਖਾਂਗੇ ਕਿ ਇਸ ਵੇਲੇ ਕਿਵੇਂ ਇੰਡੀਅਨ ਮੀਡੀਆ ਦੀ ਮਿਸ ਇਨਫੋਰਮੇਸ਼ਨ, ਜਿੱਥੇ ਸਿੱਖਾਂ ਦੀ ਗਲੋਰੀ ਬਾਹਰਲੇ ਮੁਲਕਾਂ 'ਚ ਹੈ, ਉਹਨੂੰ ਡਿਲੂਟ ਕਰਨ ਦੇ ਲਈ ਮੀਡੀਆ ਕੀ ਰੋਲ ਅਦਾ ਕਰ ਰਿਹਾ ਔਰ ਉਹਨਾਂ ਹਾਲਾਤਾਂ 'ਚ ਫਿਰ TV 84 ਦੀ ਅਹਿਮੀਅਤ ਦਾ ਹੋਰ ਵੀ ਅਹਿਸਾਸ ਹੋਏਗਾ। ਸੋ ਕੁੱਲ ਮਿਲਾ ਕੇ ਇਹ ਸਾਰੇ ਜਿਹੜੇ ਨੇ ਪ੍ਰੋਗਰਾਮ ਨੂੰ, ਕਿਉਂਕਿ 4-5 ਘੰਟੇ ਦਾ ਲਾਈਵ ਚੱਲਿਆ, ਦੂਸਰੇ ਚੈਨਲ ਵੀ ਉਹਨੂੰ ਕਵਰ ਕਰ ਰਹੇ ਸੀ, ਸ਼ਾਇਦ ਕੋਈ ਕਿਸੇ ਨੇ ਨਿਊਜ਼ ਲਈ ਕੀਤਾ ਹੋਏ, ਕੋਈ ਉਹਨੂੰ ਐਡਿਟ ਕਰਕੇ ਚਲਾਉਣਗੇ, ਲੇਕਿਨ TV 84 ਦਾ ਆਪਣਾ ਟੈਂਟ ਸਟੇਜ ਦੇ ਉੱਤੇ ਪੂਰਾ ਜਿਹੜਾ ਉਸ ਦਾ ਬੈਕਡ੍ਰੌਪ ਜਿਹਨੂੰ ਸ਼ਾਇਦ ਕਹਿੰਦੇ ਨੇ, ਔਰ ਮਾਈਕ੍ਰੋਫੋਨ ਦੇ ਉੱਤੇ ਲੱਗਾ ਵੀ TV 84 ਦਾ ਲੋਗੋ ਜੀ। ਔਰ ਜਿਹੜੇ ਪ੍ਰਬੰਧਕਾਂ ਵੱਲੋਂ ਇਸ ਐਲਾਨ ਤੋਂ ਬਾਅਦ ਜ਼ਾਹਰ ਹੈ ਕਿ ਸਾਡੇ ਲਈ ਇੱਕ ਜਿਹਨੂੰ ਸਟੈਪ ਫਾਰਵਰਡ ਹੈ, ਇੱਕ ਹੋਰ ਫੈਦਰ ਇਨ ਦਾ ਟਰਬਨ। ਅਸੀਂ ਵੈਸੇ ਤਾਂ ਹੁੰਦਾ ਫੈਦਰ ਇਨ ਦਾ ਕੈਪ, ਕਿਉਂਕਿ ਅਸੀਂ ਟੋਪੀ ਵਾਲੇ ਤਾਂ ਨਹੀਂ ਹੈ ਜੀ, ਫੈਦਰ ਇਨ ਦਾ ਟਰਬਨ, ਭਾਵੇਂ ਕਲਗੀ ਕਹਿ ਲਓ, ਪਰ ਕਲਗੀ ਕੋਈ ਕਲਗੀਆਂ ਵਾਲਾ ਉਹ ਨਹੀਂ ਹੈ ਜੀ। ਸੋ ਇਸ ਦੇ ਨਾਲ ਸਾਨੂੰ ਜਿਹੜਾ ਹੈ ਹੋਰ ਵੀ ਹੌਸਲਾ ਮਿਲਿਆ। ਸੋ ਕੁੱਲ ਮਿਲਾ ਕੇ ਜਿਹੜੀ ਆਮ ਸੰਗਤ ਦੀ ਵੀ ਇਨਪੁਟ ਸੀ, ਉਹ ਮਾਰਚ ਦੇ ਹਵਾਲੇ ਨਾਲ ਬਹੁਤ ਚੜ੍ਹਦੀ ਕਲਾ ਵਾਲੀ ਸੀ। ਅਗਲੇ ਦਿਨ ਸਿੰਘ ਸਭਾ ਦੇ ਦੀਵਾਨ 'ਚ ਵੀ ਮੈਂ, ਜਿੱਥੇ ਕਿਉਂਕਿ ਲੋਕਲੀ ਗੁਰਦੁਆਰਾ ਸਿੰਘ ਸਭਾ ਨੇ ਸਭ ਤੋਂ ਜ਼ਿਆਦਾ ਸਹਿਯੋਗ ਕੀਤਾ
ਉਹਨਾਂ ਦੀ ਸੰਗਤ, ਲੰਗਰ, ਬਹੁਤ ਸਾਰਾ ਪ੍ਰਬੰਧ ਉਹਨਾਂ ਦਾ ਸੀ ਔਰ ਅਸੀਂ ਉਹਨਾਂ ਨੂੰ ਐਤਵਾਰ ਦੇ ਦੀਵਾਨ 'ਚ ਸ਼ੁਕਰੀਆ ਵੀ ਅਦਾ ਕੀਤਾ ਔਰ ਅਸੀਂ ਇਹ ਆਸ ਜਤਾਈ ਕਿ ਇਹ ਜਿਹੜਾ ਮਾਰਚ ਹੈ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਇਸ ਨੂੰ ਐਜ਼ ਏ ਪਰਮਾਨੈਂਟ ਇਵੈਂਟ ਐਸਟੈਬਲਿਸ਼ ਕੀਤਾ ਜਾਏ। 1999 ਈਸਵੀ ਦੀ ਵਿਸਾਖੀ 300 ਸਾਲਾਂ ਦੇ ਮੌਕੇ ਖਾਲਸਾ ਸਾਜਨਾ ਦਿਵਸ ਤੇ ਹੋਇਆ ਸੀ। ਉਸ ਤੋਂ ਬਾਅਦ ਹੁੰਦਾ ਰਿਹਾ ਬਟ ਬਹੁਤ ਲੋ ਸਕੇਲ ਦੇ ਉੱਤੇ, ਲੇਕਿਨ ਇਸ ਵਾਰ ਸਾਰੇ ਗੁਰਦੁਆਰਿਆਂ ਦੇ ਇਕੱਠ ਨੇ ਇਸ ਨੂੰ ਜਿਹੜੀ ਹੈ ਇੱਕ ਇਵੈਂਟ ਦੇ ਤੌਰ ਤੇ ਦੁਬਾਰਾ ਐਸਟੈਬਲਿਸ਼ ਕੀਤਾ। ਸੋ ਅਸੀਂ ਸਮੂਹ ਸਿੱਖ ਸੰਗਤਾਂ ਦਾ ਫਿਰ ਸ਼ੁਕਰੀਆ ਅਦਾ ਕਰਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।